ਸਾਰਿਆਂ ਨੂੰ ਨਮਸਕਾਰ ਹੈ ਜੀ ਵਿਦਿਆਰਥੀਆਂ ਨੂੰ। ਅੱਜ ਦਾ ਸਾਡਾ ਜਿਹੜਾ ਟੌਪਿਕ ਹੈ ਦੈਟ ਇਜ਼ ਔਨ ਰਿਲੇਸ਼ਨ ਐਂਡ ਫੰਕਸ਼ਨ ਕਲਾਸ +2। ਰਿਲੇਸ਼ਨ ਐਂਡ ਫੰਕਸ਼ਨ ਇੱਕ ਵਾਈਡ ਟੌਪਿਕ ਹੈ ਬਟ ਆਪਾਂ ਡਿਸਕਸ ਕਰਾਂਗੇ ਸਿਰਫ ਕਲਾਸ +2 ਨੂੰ NCERT ਦੇ ਸਿਲੇਬਸ ਦੇ ਅਕੋਰਡਿੰਗਲੀ। ਸੋ ਰਿਲੇਸ਼ਨ ਐਂਡ ਫੰਕਸ਼ਨ ਜਿਹੜਾ ਆ ਦੋ ਹਿੱਸਿਆਂ ਦੇ ਵਿੱਚ ਵੰਡਿਆ ਹੋਇਆ ਹੈ 1 and 2। ਅਸੀਂ ਇਹਦੇ ਦੋ ਹਿੱਸਿਆਂ ਦੇ ਵਿੱਚ ਹੀ ਸਟੱਡੀ ਕਰਾਂਗੇ। ਸਭ ਤੋਂ ਪਹਿਲਾਂ ਆਪਾਂ ਸਟੱਡੀ ਕਰਾਂਗੇ ਵੀ ਰਿਲੇਸ਼ਨ ਕੀ ਹੁੰਦਾ, ਫਿਰ ਆਪਾਂ ਸਟੱਡੀ ਕਰਾਂਗੇ ਵੀ ਫੰਕਸ਼ਨ ਕੀ ਹੁੰਦਾ। ਔਰ ਰਿਲੇਸ਼ਨ ਦੇ ਵਿੱਚ NCERT ਦੇ ਅਕੋਰਡਿੰਗਲੀ ਜੋ ਸਿਲੇਬਸ ਪ੍ਰਿਸਕ੍ਰਾਈਬਡ ਹੈ, ਜੋ ਡਿਜ਼ਾਈਨ ਹੋਇਆ ਪਿਆ, ਆਪਾਂ ਉਹਨੂੰ ਸਟੈਪ ਬਾਈ ਸਟੈਪ ਡਿਸਕਸ ਕਰਾਂਗੇ। ਸੋ ਸਾਡਾ ਜਿਹੜਾ ਸਭ ਤੋਂ ਪਹਿਲਾ ਟੌਪਿਕ ਹੈ ਦੈਟ ਇਜ਼ ਰਿਲੇਸ਼ਨ। ਰਿਲੇਸ਼ਨ ਨੂੰ ਸਮਝਣ ਤੋਂ ਪਹਿਲਾਂ ਸਾਨੂੰ ਇੱਕ ਟੌਪਿਕ ਸਮਝਣਾ ਪਏਗਾ ਦੈਟ ਇਜ਼ ਕਾਰਟੀਜ਼ੀਅਨ ਪ੍ਰੋਡਕਟ। ਕਾਰਟੀਜ਼ੀਅਨ ਪ੍ਰੋਡਕਟ ਮੰਨ ਲਈਏ ਕਿ ਸਾਡੇ ਕੋਲ ਇੱਕ A ਸੈਟ ਹੈ ਦੈਟ ਇਜ਼ 1 2 3 ਔਰ B ਸੈਟ ਹੈ 4 5 6। ਸੋ ਵਾਟ ਇਜ਼ A cross B? A cross B ਨੂੰ ਹੀ ਕਾਰਟੀਜ਼ੀਅਨ ਪ੍ਰੋਡਕਟ ਕਿਹਾ ਜਾਂਦਾ ਹੈ। ਸੋ ਅਸੀਂ ਲਿਖਾਂਗੇ ਇੱਥੇ 1 2 3 cross 4 5 6। 1 ਜਿਹੜਾ ਹੈ 4 ਦੇ ਨਾਲ, ਦੈਨ 1 5 ਨਾਲ ਔਰ ਦੈਨ 1 6 ਨਾਲ ਆਰਡਰਡ ਪੇਅਰ ਬਣਾਏਗਾ। ਨਿਊ ਵਰਡ ਆਰਡਰਡ ਪੇਅਰ। ਆਰਡਰਡ ਪੇਅਰ। ਆਰਡਰਡ ਪੇਅਰ ਕੀ ਹੁੰਦੇ ਆ? ਆਰਡਰਡ ਪੇਅਰ ਉਹ ਪੇਅਰਸ ਹੁੰਦੇ ਆ ਜਦੋਂ ਅਸੀਂ ਕਾਰਟੀਜ਼ੀਅਨ ਪ੍ਰੋਡਕਟ ਵਿੱਚ ਇੱਕ ਸੈੱਟ ਤੋਂ ਦੂਸਰੇ ਸੈੱਟ ਦੇ ਨਾਲ ਕੁਝ ਰਿਲੇਸ਼ਨਸ ਡਿਵੈਲਪ ਕਰਦੇ ਹਾਂ। ਜਿਵੇਂ ਕਿ 1 ਨੇ 4 ਨਾਲ ਰਿਲੇਸ਼ਨ ਬਣਾਇਆ, 1 ਨੇ 5 ਨਾਲ ਬਣਾਇਆ, 1 ਨੇ 6 ਨਾਲ ਬਣਾਇਆ, ਦੈਨ 2 ਨੇ 4 ਨਾਲ ਬਣਾਇਆ, 2 ਨੇ 5 ਨਾਲ ਬਣਾਇਆ ਔਰ 2 ਨੇ 6 ਨਾਲ ਬਣਾਇਆ, 3 ਨੇ 4 ਨਾਲ ਬਣਾਇਆ, 3 ਨੇ 5 ਨਾਲ ਬਣਾਇਆ ਔਰ 3 ਨੇ 6 ਨਾਲ ਬਣਾਇਆ। ਇਹ ਸੀ ਸਾਡਾ ਕਾਰਟੀਜ਼ੀਅਨ ਪ੍ਰੋਡਕਟ ਆਫ A ਸੈਟ ਐਂਡ B ਸੈਟ। ਔਰ ਸਾਡੇ ਕੋਲ ਟੋਟਲ 1 2 3 4 5 6 7 8 9 ਸਾਡੇ ਕੋਲ 9 ਆਰਡਰਡ ਪੇਅਰਸ ਬਣੇ। ਜਿਵੇਂ ਕਿ ਜੇ ਮੈਂ ਪੁੱਛਾਂ ਵਾਟ ਇਜ਼ ਦੀ ਆਰਡਰ ਆਫ A cross B, ਅਸੀਂ ਕਹਾਂਗੇ ਇਹ ਕੀ ਹੈ 9। ਔਰ ਆਰਡਰ ਆਫ A ਇਨਟੂ ਆਰਡਰ ਆਫ B ਕੀ ਹੈ? A ਦਾ ਆਰਡਰ ਕੀ ਹੈ 1 2 3, B ਦਾ ਆਰਡਰ ਕੀ ਹੈ 1 2 3, so it is 9। ਸੋ ਸਾਡੇ ਕੋਲ ਆਰਡਰ ਆਫ A cross B ਜਿੰਨੇ ਆਰਡਰ ਪੇਅਰਸ ਬਣੇ ਆ ਜਾਂ ਇੱਕ ਸੈੱਟ ਦੇ ਟੋਟਲ ਐਲੀਮੈਂਟਸ ਨੂੰ ਦੂਸਰੇ ਸੈੱਟ ਦੇ ਟੋਟਲ ਐਲੀਮੈਂਟਸ ਨੂੰ ਜਦੋਂ ਅਸੀਂ ਮਲਟੀਪਲਾਈ ਕਰ ਦਿੰਦੇ ਆ ਤਾਂ ਉਹ ਵੀ ਸਾਡੇ ਕੋਲ ਸੇਮ ਹੀ ਆਉਂਦਾ। ਹੁਣ ਇਹ ਸਾਡਾ ਕਾਰਟੀਜ਼ੀਅਨ ਪ੍ਰੋਡਕਟ ਬਣਿਆ, ਦਿਸ ਇਜ਼ ਆਵਰ ਰਿਲੇਸ਼ਨ। ਹੁਣ ਅਸੀਂ ਇਹਨੂੰ ਡਿਫਾਈਨ ਕਰਾਂਗੇ। ਲੈਟ ਅਸ ਸਪੋਜ਼ A ਮੇਰਾ ਸੈੱਟ ਜਿਹੜਾ ਆ ਉਹਨੂੰ ਮੈਂ ਇਸ ਤਰ੍ਹਾਂ ਡਿਫਾਈਨ ਕਰਨਾ ਚਾਹੁੰਦਾ ਔਰ B ਨੂੰ ਇਸ ਤਰ੍ਹਾਂ ਡਿਫਾਈਨ ਕਰਨਾ ਚਾਹੁੰਦਾ। A ਦੇ ਵਿੱਚ 1 2 3, B ਦੇ ਵਿੱਚ 4 5 and 6। These are the 3 elements in one A and 3 elements in set B। A ਜਿਹੜਾ ਰਿਲੇਸ਼ਨ ਬਣਾ ਰਿਹਾ 4 ਨਾਲ ਬਣਾ ਰਿਹਾ, A1 ਜਿਹੜਾ ਰਿਲੇਸ਼ਨ ਬਣਾ ਰਿਹਾ 5 ਨਾਲ ਵੀ ਬਣਾ ਰਿਹਾ ਔਰ 1 ਜਿਹੜਾ ਰਿਲੇਸ਼ਨ ਆ ਉਹ 6 ਨਾਲ ਵੀ ਬਣਾ ਰਿਹਾ। 1 4 1 5 1 6। 2 4 ਨਾਲ ਵੀ ਬਣਾ ਰਿਹਾ, 2 5 ਨਾਲ ਵੀ ਬਣਾ ਰਿਹਾ, 2 6 ਨਾਲ ਵੀ ਬਣਾ ਰਿਹਾ, 3 4 ਨਾਲ ਬਣਾ ਰਿਹਾ, 3 5 ਨਾਲ ਬਣਾ ਰਿਹਾ, 3 6 ਨਾਲ ਬਣਾ ਰਿਹਾ। This type of relation is called universal relation। Universal relation ਦਾ ਮਤਲਬ ਹੈ ਕਿ ਹਰ ਇੱਕ ਐਲੀਮੈਂਟ ਜਿਹੜਾ A ਦੇ ਵਿੱਚ ਆ ਉਹ ਹਰ ਇੱਕ ਐਲੀਮੈਂਟ B ਦੇ ਨਾਲ ਆਪਣਾ ਕੋਈ ਨਾ ਕੋਈ ਇਮੇਜ ਰਿਲੇਸ਼ਨ ਬਣਾ ਰਿਹਾ। ਸੋ ਇਸ ਤਰ੍ਹਾਂ ਦੇ ਜਿਹੜੇ ਕਾਰਟੀਜ਼ੀਅਨ ਪ੍ਰੋਡਕਟ ਹੁੰਦੇ ਆ, ਇਹ ਜਿਹੜੇ ਆਰਡਰਡ ਪੇਅਰਸ ਬਣਦੇ ਆ, ਇਸ ਤਰ੍ਹਾਂ ਦੇ ਇਹਨੂੰ ਆਰਡਰਡ ਪੇਅਰਸ ਨੂੰ ਆਪਾਂ ਜਦੋਂ ਕਿਸੇ ਸੈੱਟ ਦੇ ਵਿੱਚ ਡਿਫਾਈਨ ਕਰਦੇ ਆ ਉਹਨਾਂ ਨੂੰ ਯੂਨੀਵਰਸਲ ਰਿਲੇਸ਼ਨ ਕਿਹਾ ਜਾਂਦਾ ਹੈ। ਨਾਓ ਬੜੀ ਕੁਐਸਚਨ ਆਉਂਦਾ ਕਈ ਵਾਰੀ ਵਿਦਿਆਰਥੀਆਂ ਦੇ ਮਨ 'ਚ ਵੀ ਹਾਊ ਇਜ਼ ਇਟ ਪੋਸੀਬਲ ਵੀ 1 ਜਿਹੜਾ ਸਾਰਿਆਂ ਨਾਲ ਰਿਲੇਸ਼ਨ ਰੱਖੇ, 2 ਸਾਰਿਆਂ ਨਾਲ ਰਿਲੇਸ਼ਨ ਰੱਖੇ। ਤਾਂ ਇੱਕ ਆਪਾਂ ਡੇ ਟੂ ਡੇ ਲਾਈਫ ਵਿੱਚ ਇੱਕ ਐਗਜ਼ਾਮਪਲ ਲੈਂਦੇ ਹਾਂ। ਮੰਨ ਲਓ ਕਿ ਇੱਕ ਹਸਬੈਂਡ ਵਾਈਫ ਨੇ, ਉਹਨਾਂ ਦਾ ਇੱਕ ਬੇਟਾ ਹੈ ਜਿਹੜਾ
ਮੇਲ ਫੈਮਿਲੀ ਮੈਂਬਰ ਆ ਜਿਹੜਾ ਹਸਬੈਂਡ ਆ, ਉਹਦਾ ਇੱਕ ਬ੍ਰਦਰ ਹੋ ਸਕਦਾ, ਉਹਦੇ ਬ੍ਰਦਰ ਦੀ ਵਾਈਫ ਔਰ ਉਹਦਾ ਵੀ ਇੱਕ ਬੇਟਾ ਹੈ। ਸੋ ਅਸੀਂ ਇਹ ਮੰਨ ਕੇ ਚੱਲਦੇ ਹਾਂ ਕਿ ਇਹ ਸਾਡੇ ਕੋਲ ਹਸਬੈਂਡ ਹੈ, ਇਹ ਉਹਦੀ ਵਾਈਫ ਹੈ, ਇਹ ਉਹਦਾ ਸਨ ਹੈ। ਇੱਧਰ ਵੀ ਇੱਕ ਹਸਬੈਂਡ ਹੈ, ਉਹਦਾ ਬ੍ਰਦਰ, ਉਹਦੀ ਇੱਕ ਵਾਈਫ ਹੈ, ਉਹਦਾ ਵੀ ਇੱਕ ਸਨ ਹੈ। ਮੈਂ ਸਨ 1 ਤੇ ਸਨ 2, ਵਾਈਫ 1 ਵਾਈਫ 2, तो हस्बैंड 1 कुछ इदां दा बनाया। ਹੁਣ ਜਿਹੜਾ ਲੜਕਾ ਆ, ਇਹਦਾ ਜਿਹੜਾ H2 ਆ, ਇਹ ਕੌਣ ਹੈ? ਇਹ ਉਹਦਾ ਬ੍ਰਦਰ ਹੈ, ਭਾਬੀ ਹੈ, ਭਤੀਜੇ S2 ਦਾ ਭਤੀਜਾ ਹੈ, S2H ਦਾ ਭਤੀਜਾ ਹੈ, ਵਾਈਫ ਦੇਵਰਾਨੀ ਹੈ, ਆਪਸ 'ਚ ਦਰਾਣੀਆਂ ਜਠਾਣੀਆਂ ਨੇ। ਸੋ ਇੱਕ ਡੇ ਟੂ ਡੇ ਲਾਈਫ ਵਿੱਚ ਜਦੋਂ ਦੋ ਫੈਮਲੀਜ਼ ਹੁੰਦੀਆਂ ਨੇ, ਇੱਕ ਦੂਸਰੇ ਨਾਲ ਜਦੋਂ ਰਿਲੇਸ਼ਨ ਬਣਾਉਂਦੀਆਂ, ਤਾਂ ਹਰ ਇੱਕ ਫੈਮਲੀ ਮੈਂਬਰ ਦਾ ਦੂਸਰੀ ਫੈਮਲੀ ਮੈਂਬਰ ਦੇ ਨਾਲ ਰਿਲੇਸ਼ਨ ਬਣ ਜਾਂਦਾ। ਤੋ ਇਹ ਐਗਜ਼ਾਮਪਲ ਆਪਾਂ ਡੇ ਟੂ ਡੇ ਲਾਈਫ ਵਿੱਚੋਂ ਹੀ ਨਿਕਲ ਕੇ ਇਹ ਕਨਸੈਪਟ ਜਿਹੜਾ ਹੋਂਦ ਵਿੱਚ ਆਇਆ। ਸੋ ਆਪਾਂ ਡਿਟੇਲ 'ਚ ਆਪਾਂ ਮੈਥਮੈਟਿਕਸ ਨੂੰ ਅੱਗੇ ਰੱਖ ਕੇ ਗੱਲ ਕਰਾਂਗੇ। ਸੋ we have Cartesian product of A and B set. So there comes a concept of domain and there comes a concept of range. फिर आप ऐसे ही concept में लिखते हैं A set 1 2 3 और B set 4 5 6. So all the elements in set A are domain. So domain की आ गई इस रिलेशन की 1 2 3, रेंज की आ गई 4 5 एंड 6। सो ਜਦੋਂ ਵੀ ਸਾਡੇ ਕੋਲ ਕਾਰਟੀਜ਼ੀਅਨ ਪ੍ਰੋਡਕਟ ਦੇ ਆਰਡਰਡ ਪੇਅਰਸ ਦਿੱਤੇ ਹੋਣ, ਕਿਸੇ ਵੀ ਆਰਡਰਡ ਪੇਅਰ ਦਾ ਜਿਹੜਾ ਪਹਿਲਾ ਐਲੀਮੈਂਟ ਹੁੰਦਾ ਉਹ ਰੇਂਜ ਹੁੰਦੀ ਹੈ, ਦੂਸਰਾ ਐਲੀਮੈਂਟ ਡੋਮੇਨ ਹੁੰਦੀ ਹੈ। ਫਿਰ ਪਹਿਲਾ ਐਲੀਮੈਂਟ ਰੇਂਜ ਹੁੰਦੀ ਹੈ, ਦੂਸਰਾ ਐਲੀਮੈਂਟ ਡੋਮੇਨ ਹੁੰਦੀ ਹੈ। ਰੇਂਜ ਡੋਮੇਨ, ਸੌਰੀ ਡੋਮੇਨ ਰੇਂਜ, ਡੋਮੇਨ ਰੇਂਜ, ਡੋਮੇਨ ਰੇਂਜ। ਸੋ ਆਪਾਂ ਇੱਕ ਐਗਜ਼ਾਮਪਲ ਸ਼ੇਅਰ ਕਰਦੇ ਹਾਂ, ਉਹਦੇ 'ਚ ਆਪਾਂ ਕਲੀਅਰ ਕਰਦੇ ਹਾਂ ਕਿ ਕਿਸ ਤਰ੍ਹਾਂ ਆਪਾਂ ਡੋਮੇਨ ਤੇ ਰੇਂਜ ਨੂੰ ਕੱਢਾਂਗੇ। ਜਿਵੇਂ ਕਿ ਇੱਕ ਕੁਐਸਚਨ ਆ ਜਾਂਦਾ, ਲੈਟ ਅਸ ਸਪੋਜ਼ ਇੱਕ ਕੁਐਸਚਨ ਆ, ਮੰਨ ਲਓ ਇੱਕ ਸਾਨੂੰ ਰਿਲੇਸ਼ਨ ਦਿੱਤਾ ਹੈ 1 3 2 7 3 8, ਲੈਟ ਅਸ ਸਪੋਜ਼ ਇੱਕ ਛੋਟਾ ਜਿਹਾ ਰਿਲੇਸ਼ਨ ਦਿੱਤਾ। तो क्वेश्चन आ जाता है व्हाट इज द डोमेन ऑफ दिस रिलेशन। तो मैं जो डोमेन लिखनी चाहवा तो यदि डोमेन जी बनेगी वो फर्स्ट एलिमेंट बनेगा 1 2 एंड 3। और अगर यदि मैं रेंज लिखा तो की बनेगा 3 7 8। सो साढ़े को यदि डोमेन जोड़े फर्स्ट एलीमेंट बननगे और जी रेंज ऑफ सैकेंड एलीमेंट बननगे ऑफ ऑर्डर्ड पेयर्स। सो अगर यदि मैं मैपिंग के राही आप डिस्कस करिए तो जी मैपिंग बनेगी ए सैट और बी सैट, ए दे विच 1 2 3 और बी दे विच 3 7 8। तो 1 जो रिलेशन रखता पाया 3 नाल, 2 जो 7 नाल रखता पाया, 3 8 नाल रखता पाया। हुण 1 का 7 नाल कोई रिलेशन नहीं निकल के आ रहा, 1 का 8 नाल कोई रिलेशन नहीं निकल के आ रहा, 2 का 3 नाल कोई रिलेशन निकल के नहीं आ रहा। सो इट इज़ नॉट यूनीवर्सल रिलेशन। ठीक है, एक रिलेशनस ने 1 का 3 नाल, 2 का 7 नाल, 3 का 8 है, 3 का 8 नाल। सो उन्होंने ऑर्डर्ड पेयर्स बन गए और 1 2 3 की डोमेन बन गई और 3 7 8 है range बन गई। So no problem, we can solve very easily. So after definition of a relation, we will go to types of relation. Types of relation. So, number 1, universal relation. So, अगर let A is equal to 1 2 3 है
B is equal to 4 5 6 है, और what is universal relation R A cross B। सो मैंने दोबारा रिपीट करके नहीं लिखांगा क्योंकि मैं हुणे A क्रॉस B कार्टीजियन प्रोडक्ट ਆਪਾਂ लिख के दिते हैं। ऑल द ऑर्डर्ड पेयर्स ਜਿਹੜੇ ਉਹਦੇ ਚ ਲਿਖੇ ਆ ਉਹ ਸੇਮ ਇੱਥੇ ਰਿਪੀਟ ਹੋਣਗੇ और वो एक यूनिवर्सल रिलेशन निकल के आएगा। सो द नेक्स्ट रिलेशन इज एम्प्टी रिलेशन। एम्प्टी रिलेशन, सो सेकंड रिलेशन इज एम्प्टी रिलेशन। एम्प्टी रिलेशन इसे मैं किसी एग्जाम्पल तो ही समझा जा सकता। वी हैव नंबर ऑफ एग्जाम्पल्स। मैं एक एग्जाम्पल लेना, लेट अस सपोज रिलेशन बिटवीन x and y, where x and y both belongs to natural number, but adding two natural numbers we get under root 2। ਅਸੀਂ ਕੋਈ ਇਸ ਤਰ੍ਹਾਂ ਦਾ ਰਿਲੇਸ਼ਨ ਬਣਾਉਣਾ ਚਾਹੁੰਦੇ ਹਾਂ ਜਿਹਦੇ ਵਿੱਚ x ਤੇ y ਦੋਨੋਂ ਨੈਚੁਰਲ ਨੰਬਰਸ ਹੋਣ, ਬਟ ਦੋਨਾਂ ਨੂੰ ਐਡ ਕਰਨ ਤੇ ਮੇਰੇ ਕੋਲ ਅੰਡਰ ਰੂਟ 2 ਦੀ ਵੈਲਿਊ ਆਏ। ਸੋ ਮੈਂ ਕੋਈ ਵੀ ਨੈਚੁਰਲ ਨੰਬਰ ਲਵਾਂ, ਉਹਨਾਂ ਨੂੰ ਐਡ ਕਰਕੇ ਰੈਸ਼ਨਲ ਇਰਰੈਸ਼ਨਲ ਨੰਬਰ ਬਣ ਹੀ ਨਹੀਂ ਸਕਦਾ। ਸੋ ਆਈ ਡੋਂਟ ਹੈਵ ਐਨੀ ਆਰਡਰਡ ਪੇਅਰ। ਜਦੋਂ ਕੋਈ ਵੀ ਆਰਡਰਡ ਪੇਅਰ ਮੈਂ ਨਹੀਂ ਲਿਖ ਪਾਵਾਂਗਾ ਤਾਂ ਇਸ ਤਰ੍ਹਾਂ ਦਾ ਜਿਹੜਾ ਰਿਲੇਸ਼ਨ ਬਣੇਗਾ ਉਹ ਇੱਕ ਐਮਪਟੀ ਰਿਲੇਸ਼ਨ ਬਣੇਗਾ। ਜਿਵੇਂ ਕਿ ਆਪਾਂ ਕਿਸੇ ਸਕੂਲ ਵਿੱਚ ਜਾਂਦੇ ਆ, ਗਰਲਜ਼ ਸਕੂਲ ਵਿੱਚ ਜਾਂਦੇ ਆ, ਉੱਥੇ ਅਸੀਂ ਮੰਨ ਲਓ ਮੈਂ ਪਲੱਸ 2 'ਚ ਜਾਂਦਾ ਗਰਲ ਸਕੂਲ ਵਿੱਚ, ਔਰ ਉੱਥੇ ਜਾ ਕੇ ਕਹਿੰਦੇ ਆ ਵੀ ਜਿਹੜੇ ਰੀਅਲ ਬ੍ਰਦਰ ਐਂਡ ਸਿਸਟਰ ਉਹ ਖੜੇ ਹੋ ਜਾਣ, ਤਾਂ ਉੱਥੇ ਕੋਈ ਵੀ ਨਹੀਂ ਖੜਾ ਹੋਵੇਗਾ। ਕਿਉਂ? ਕਿਉਂਕਿ ਉੱਥੇ ਮੇਲ ਸਟੂਡੈਂਟ ਤਾਂ ਹੈ ਹੀ ਕੋਈ ਨਹੀਂ, ਉੱਥੇ ਸਿਰਫ ਗਰਲਜ਼ ਹੀ ਪੜ੍ਹ ਰਹੀਆਂ। ਦੋ ਰੀਅਲ ਸਿਸਟਰਸ ਹੋ ਸਕਦੀਆਂ, ਤਾਂ ਬ੍ਰਦਰ ਐਂਡ ਸਿਸਟਰ ਨਹੀਂ ਹੋ ਸਕਦੇ। ਸੋ ਇਸ ਤਰ੍ਹਾਂ ਦੀ ਜਗ੍ਹਾ 'ਤੇ ਸਾਨੂੰ ਕੋਈ ਵੀ ਆਰਡਰ ਪੇਅਰ ਨਹੀਂ ਮਿਲੇਗਾ, ਕੋਈ ਵੀ ਪੇਅਰ ਨਹੀਂ ਮਿਲੇਗਾ, ਬਾਹਰ ਨਹੀਂ ਆਏਗਾ, ਤਾਂ ਆਪਾਂ ਕਹਾਂਗੇ ਇਟ ਇਜ਼ ਐਮਪਟੀ। ਇਹਦੇ 'ਚ ਕੋਈ ਰਿਲੇਸ਼ਨ ਬਣ ਕੇ ਹੀ ਨਹੀਂ ਆਇਆ। ਸੋ our next relation is identity relation। identity relation ਆਇਡੈਂਟੀਟੀ ਰਿਲੇਸ਼ਨ ਨੂੰ ਸਮਝਣ ਦੇ ਲਈ ਆਪਾਂ ਜਿਹੜਾ ਡੋਮੇਨ ਐਂਡ ਰੇਂਜ ਹੈ ਨਾ, ਇਹ ਬੜੀ ਸਪੈਸੀਫਿਕ ਹੋ ਜਾਂਦੀ ਹੈ। ਅਸੀਂ A ਸੈੱਟ ਜਿਹੜਾ ਲੈਣਾ ਉਹ 1 2 3 ਲੈਣਾ, और जो बी सैट लेना वो भी 1 2 3 लेना, और जो कार्टीजियन प्रोडक्ट मिलना है 1 1 1 2 1 3 2 1 2 2 2 3 3 1 3 2 3 3। इस चीज़ को आप डिस्कस करते हैं। जो असी A सैट लेना और B लेना, ਤੁਸੀਂ ਨੋਟਿਸ ਕਰੋ ਦੋਨੋਂ ਹੀ 1 2 3 ਹੈ। 1 2 3 1 हैज़ रिलेशन विद 1 मैं लिख देता, 1 हैज़ रिलेशन विद 2 मैं लिख देता, 1 हैज़ रिलेशन विद 3 मैं लिख देता, 2 हैज़ रिलेशन विद 1 ओके, 2 हैज़ रिलेशन विद 2, 2 हैज़ रिलेशन विद 3, 3 हैज़ रिलेशन विद 1, 3 हैज़ रिलेशन विद 2 एंड 3 हैज़ रिलेशन विद 3। सो ਜਿਹੜਾ ਇਹ ਬਣ ਗਿਆ, ਇਹ ਤਾਂ ਬਣ ਗਿਆ यूनिवर्सल रिलेशन। यूनिवर्सल रिलेशन मैं दोबारा लिखा, बट ये मैं लिखने की जरूरत क्यों पई? क्योंकि अं हुणे डिस्कस करके हटे हैं। ये लिखा तो है भी साडे डोमेन एंड रेंज का सैट सेम सी, जो रेंज सैट डोमेन सैट सी वही रेंज सैट बने। सो एक बार आप फिर डिस्कस कर लिया, सो दैट अपन कोई प्रॉब्लम ना आए, विद्यार्थी समझन लग्या कोई कन्फ्यूज ना हो जाए, इस करके अपन फिर तो लिखा। बट आई वॉन्ट आइडेंटिटी रिलेशन। आइडेंटिटी रिलेशन विच की है, आप फिर एक डोमेन एंड रेंज लिखांगे 1 2 3 1 2 3। आइडेंटिटी रिलेशन विच सिर्फ 1 का 1 नाल रिलेशन है, अपने आप नाल रिलेशन है, 2 का 2 नाल रिलेशन है, 3 का 3 नाल रिलेशन। सो जो रिलेशन निकल के आएगा इट इज़ वेरी क्लीयर, 3 ही ऑर्डर पेयर्स बनणगे। सो इस तरह के रिलेशन को कहते हैं identity relation। X has a relation with X, X are X। So this is our third relation।
third relation. Now let us start with fourth relation, that is reflexive relation. Reflexive relation it is also just like identity relation. It also has a relation, x has a relation with x. But ਜਦੋਂ ਅਸੀਂ relation ਲਿਖਣਾ ਹੈ 1 1 1 2 2 3 3, so if there exists any other ordered pair, it hardly matters. अगर तो सिर्फ यही तीन रहेंगे तो it is identity relation. अगर ये तो अलावा कोई ऑर्डर्ड पेयर एग्जिस्ट कर गया तो इट बिकम्स रिफ्लेक्सिव। और ये कोई ज़्यादा डिफरेंस नहीं है। बट आइडेंटिटी रिलेशन बहुत ज़्यादा क्वालिटीज़ ने, वो लास्ट में जाके दसांगा भी आइडेंटिटी रिलेशन की हो सकता है। तो रिफ्लेक्सिव रिलेशन की है ए एक्स हैज अ रिलेशन विद एक्स ओनली। फॉर एग्जांपल इफ we will see after 2 minutes, let us discuss symmetric relation, क्योंकि दोनों एग्जाम्पल्स कट्ठियां विच मिक्स होनियां ने। Symmetric relation, relation number 5, symmetric relation। जिवें कि if x has a relation with y, then y has a relation with x. Let us suppose relation is 1 2 2 1, 2 3 3 2, 1 3 3 1। अगर कुछ इस तरह के रिलेशन निकल के आन जिमें कि 1 का 2 ना रिलेशन है और 2 का 1 ना, 2 का 3 ना रिलेशन है, 3 का 2 ना, 1 का 3 ना, 3 का 1 ना। जे x, if x is a friend of y and then y is a friend of x, बट ये जरूरी नहीं होंदा भी सिमेट्रिक रिलेशन एग्जिस्ट करे। हो सकता है x y का फ्रेंड होए और y x का ना फ्रेंड होए। जे मैं कहा x is a sister of y, तो कि मैं लिख सकता y is a, it is my question, is y is a सिस्टर ऑफ एक्स की हो सकता है? नो, वाई ब्रदर भी हो सकता है। हो सकता है एक्स ते वाई दोनों ब्रदर एंड सिस्टर हो। सो हो सकता है एक्स वाई की सिस्टर होए तो वाई एक्स का ब्रदर होए। सो इट इज नॉट नेसेसरी दैट एवरी रिलेशन इज सिमेट्रिक। हो सकता सिमेट्रिक होए, हो सकता सिमेट्रिक ना होए। तो कंडीशन इज इफ एक्स हैज अ रिलेशन विद वाई देन वाई हैज अ रिलेशन विद एक्स। सेम रिलेशन एग्जिस्ट करना चाहिए आर। Our next type is transitive relation। Transitive relation, so transitive relation की है बेटा। Transitive relation if x has a relation with y, y has a relation with z, then x has a relation with z। मैं दूसरी बारी then लिखिया, मैं सिमेट्रिक भी then लिखिया सी, मैं then समझा देना। then तो पहला जो भी लिखिया होए ये सानू गिवन होंदा और then तो बाद जो भी होए वो असीं प्रूव करना होंदा। In any concept of mathematics, at any class, in any class, don't worry, ਜਦੋਂ ਵੀ ਸਾਨੂੰ ਦਿਨ ਦਿੱਤਾ ਹੋਏ ਉਸ ਤੋਂ ਪਹਿਲਾਂ ਅਸੀਂ ਗਿਵਨ ਕੰਡੀਸ਼ਨ ਮੰਨਣੀ ਹੁੰਦੀ ਹੈ ਔਰ ਜੋ ਦਿਨ ਤੋਂ ਬਾਅਦ ਉਹ ਅਸੀਂ ਪ੍ਰੂਵ ਕਰਨਾ ਹੁੰਦਾ। ਸੋ ਇਹਦੇ ਵਿੱਚ ਕੰਡੀਸ਼ਨ ਕੀ ਹੈ ਵੀ ਐਕਸ ਵਾਈ ਨਾਲ ਰਿਲੇਸ਼ਨ ਐਗਜ਼ਿਸਟ ਕਰਦਾ ਪਿਆ, ਵਾਈ ਦਾ ਜ਼ੈਡ ਨਾਲ ਕਰਦਾ ਪਿਆ। ਕੀ ਐਕਸ ਦਾ ਜ਼ੈਡ ਨਾਲ ਕਰ ਰਿਹਾ? ਜਿਵੇਂ ਕਿ ਮੈਂ ਕਹਿੰਦਾ ਐਕਸ ਇਜ਼ ਏ ਬ੍ਰਦਰ ਆਫ, ਐਕਸ ਇਜ਼ ਏ friend of y, y is a friend of z। now x may not be a friend of z, x may be a friend of z,
इस करके ज़रूरी नहीं है, अगर ज़रूरी नहीं है तो इट इज़ नॉट ट्रांजिटिव। एक आप मैथमेटिक्स की एग्जाम्पल लेने हैं, परफेक्ट एग्जाम्पल। लेट L1 is perpendicular to L2. L2 is perpendicular to L3. हम देखो बेटा L1 लाइन L1 जड़ी है, लाइन L1 जड़ी है वो परपेंडिकुलर है लाइन L2 दे, और लाइन L2 जड़ी है वो परपेंडिकुलर है लाइन L3 दे। नाउ ਅਸੀਂ ਦੇਖਦੇ ਪਏ ਆ L1 is parallel to L3 ਹੋ ਗਈ, perpendicular to the, therefore it is not transitive, it is not transitive. Another is equivalence relation. Equivalence relation और रिलेशन जड़ा रिफ्लेक्सिव हो गए, सिमेट्रिक हो गए और ट्रांजिटिव हो गए। इस तरह के रिलेशन को असं की कहांगे इक्विवेलेंस रिलेशन। इस तरह के जोड़े रिलेशन है उन्होंने असी इक्विवेलेंस रिलेशन कहांगे, जोड़े रिफ्लैक्सिव भी हों, जोड़े सिमेट्रिक भी हों और जोड़े ट्रांजिटिव भी हों। सो ये सी साडियां कुछ रिलेशनस दियां टाइप्स जिहड़ियां NCERT के सिलेबस नाल अकॉर्डिंगली जो प्रिस्क्राइब्ड हुई हैं। सो लेट अस स्टार्ट विद सम क्वेश्चंस ऑफ रिलेशंस। One question is, let A is equal to 1, 2, 3, 4, 5, 6, 7, 8, 9, 10, 11, 12, 13 and 14. Okay, we have relation R is equal to ordered pair xy such that 3x minus y is equal to 0. We have one question. ਅਸੀਂ ਆਰਡਰਡ ਪੇਅਰ ਬਣਾਉਣਾ, ਸਾਡੇ ਕੋਲ ਰਿਲੇਸ਼ਨ ਕੀ ਹੈ y is equal to 3x। ਹੁਣ x and y both belongs to A, x and y both belongs to A. If x is 1, if x is equal to 1, y is equal to 3 into 1, 3. If x is equal to 2, y is equal to 3 into 2, 6. ਅਸੀਂ ਦੇਖਦੇ ਹਾਂ अगर एक पुट किया तो आंसर की है 3, 3 हैगा यस, एक हैगा यस। हुण असीं 2 पुट किया आंसर की आ गया 6। फिर एक्स में 3 पुट करांगे तो आंसर की आएगा 9। फिर एक्स में 4 पुट किया आंसर की आया 12। फिर असीं एक्स में 5 पुट किया तो वाई की आ गया 3 into 5, 15 और 15 साढ़े सेट का हिस्सा ही नहीं है, तो दिस इज नॉट आवर ऑर्डर्ड पेयर। तो साढ़े को जो ऑर्डर्ड पेयर्स बनने जो साडा रिलेशन बनेगा वो जो ऑर्डर्ड पेयर्स बनेंगे 1 3, 2 6, 3 9, 4 12, 4 12। सो साढ़े को एक रिलेशन दिता सी, असी उस रिलेशन तो अपना रिलेशन के ऑर्डर्ड पेयर्स बना ले। दिस मे बी द क्वेश्चन ऑफ योर एग्जामिनेशन ऑल्सो। नेक्स्ट इज question is R is equal to xy
x and y work at a same place. This is also very interesting question. इस क्वेश्चन ਅਸੀਂ ਦੇਖਣਾ ਆ ਕਿ ਕੀ ਇਹ ਰਿਫਲੈਕਸਿਵ ਹੈਗਾ, ਕੀ ਇਹ ਸਿਮੈਟ੍ਰਿਕ ਹੈਗਾ, ਕੀ ਇਹ ਟ੍ਰਾਂਸਟਿਵ ਹੈਗਾ। ਇਸ ਕੁਐਸਚਨ ਨੂੰ ਕਰਨ ਤੋਂ ਪਹਿਲਾਂ ਆਪਾਂ ਇੱਕ ਗੱਲ ਡਿਸਕਸ ਕਰਦੇ ਹਾਂ ਵੀ ਪੇਪਰ ਦੇ ਪੁਆਇੰਟ ਆਫ ਵਿਊ ਨਾਲ ਸਾਨੂੰ ਪੁੱਛਿਆ ਜਾਂਦਾ ਵੀ ਕੀ ਇਹ ਜਿਹੜਾ ਰਿਲੇਸ਼ਨ ਆ ਕੀ ਇਹ ਇਕੁਇਵਲੈਂਸ ਆ। ਅਗਰ ਇਹ ਰਿਲੇਸ਼ਨ ਇਕੁਇਵਲੈਂਸ ਆ ਤਾਂ ਅਸੀਂ ਉਹਨੂੰ ਰਿਫਲੈਕਸਿਵ ਚੈੱਕ ਕਰਾਂਗੇ, ਅਸੀਂ ਸਿਮੈਟ੍ਰਿਕ ਚੈੱਕ ਕਰਾਂਗੇ, ਅਸੀਂ ਟ੍ਰਾਂਸਟਿਵ ਚੈੱਕ ਕਰਾਂਗੇ। अगर वो कला रिफ्लैक्सिव पूछ लें तो सिर्फ अं रिफ्लैक्सिव करांगे चैक। अगर वो कहते हैं क्वेश्चन पूछा जाता भी सिमैट्रिक पूछना तो असी सिर्फ सिमैट्रिक चैक करांगे। अगर ट्रांसटिव पूछा जाता कला ट्रांसटिव चैक करांगे। अगर वो पूछते हैं कि यह इक्विवेलेंस हैगा तो सानू तीनों ही चैक करने पैंदे। तो ये क्वेश्चन असी इक्विवेलेंस भी चैक करांगे। सो मैं ये तीन पोर्शन कर लेना। वन इज रिफ्लैक्सिव, अनदर इज सिमेट्रिक, and third one is transitive. Okay, so मैं इस पॉइंट को डिस्कस करना चाहना कि ये रिफ्लैक्सिव हैगा, कि ये सिमेट्रिक हैगा, कि ये ट्रांसिटिव हैगा। सो लेट अस सी। मैं लिख सकता x and x रिफ्लैक्सिव x आर x होंगे। मैं दसिया सी x and x वर्क at a same place. Yes, x ਤੇ x दोनों सेम आ, इको प्लेस ते होंगे, इको जगह ते काम कर रहे होंगे। Yes, it is reflexive. Another is symmetric. X and y works at same place. Then अगर x ते y सेम प्लेस ते वर्क कर रहे हैं नो प्रॉब्लम, y एंड x भी सेम प्लेस ते काम करेंगे। y एंड x वर्क्स एट ए सेम प्लेस। यस, इट इज रिलेशन इज सिमेट्रिक। Another is if x and y works at the same place and y and z works at a same place, तो ਆਪਾਂ देखते हैं अगर x ਤੇ y दोनों इको जगह ते इको प्लेस ते वर्क करते पे y और z भी इको जगह ते करते पे तो देखते हैं भी तीनों इको जगह ते करते पे। तो then जो then होंदा ना बेटा ਉਹਦੇ ਤੋਂ ਬਾਅਦ जो ही करना साडा कंक्लूजन होंदा, साडा रिजल्ट होंदा, साडा प्रूफ होंदा। सो x and z वर्क्स एट ए सेम प्लेस। बिल्कुल ठीक है, बिल्कुल ठीक है। यस, इट इज ट्रांसिटिव। So it is reflexive, it is symmetric, it is transitive. Therefore, the relation is equivalence. इस तरह के ਜਿਹੜੇ रिलेशन बनते हैं, ਜਿਹੜੇ रिफ्लैक्सिव भी होए, ਜਿਹੜੇ सिमेट्रिक भी होन, ਜਿਹੜੇ ट्रांसिटिव भी होन, वो ਜਿਹੜੇ रिलेशन होंगे आ वो इक्विवेलेंस रिलेशन होंगे आ। So these type of questions may also come। अगर इस क्वेश्चन के विच जिथे सेम प्लेस आ मैं लोकैलिटी कर देवां, लोकैलिटी कर देवां तो कोई फर्क नहीं पैंदा। x and y lives in same locality, x and y lives in same locality, तो वर्क जगह मैं लिव्स कर देना तो नो प्रॉब्लम। क्वेश्चन इज सेम, जिथे वर्क आ उत्थे लिव्स आ जाएगा, जिथे प्लेस और लोकैलिटी आ जाएगा। तो this type of question is also equivalence questions, equivalence relations। So ये सी साडी बेटा definitions, types of relations। So जिहड़ा साडा next lecture होएगा उहदे च आपां relations दे उपर questions करांगे और उस lecture तो बाद जो third lecture होएगा उहदे च आपां functions नूं discuss करांगे।
of NCERT syllabus class +2. Thank you, beta.